ਵਿੱਚ ਆ ਗਿਆ ਤੇ ਸਾਹਿਬ ਕਹਿੰਦੇ ਦੇਹੋ ਸਖੀਏ ਮੋਹੇ ਮਤੇ, ਐ ਸਖੀ ਐ ਮੇਰੀ ਸਹੇਲੀ ਸਤ ਸੰਗੀ ਜਨੋ। ਆਪਣੀ ਸਤ ਸੰਗਤ ਸਤ ਸੰਗਣ ਸਹੇਲੀ ਦੇ ਨਾਲ ਇਹ ਗੁਰਮੁਖ ਜਿਗਿਆਸੂ ਜਿਹੜੀ ਬੇਨਤੀ ਕਰਦੀ ਹੈ ਕਿ ਇਹ ਮੇਰੀ ਸਖੀਏ, ਜਿਵੇਂ ਤੂੰ ਆਪਣੇ ਉਸ ਪਤੀ ਪਰਮਾਤਮਾ ਪ੍ਰਭੂ ਨੂੰ ਵਰ ਨੂੰ ਪ੍ਰਾਪਤ ਕਰ ਲਿਆ, ਮੈਨੂੰ ਵੀ ਕੋਈ ਅਕਲ ਦੇ। ਜਿਵੇਂ ਤੂੰ ਉਸ ਪਰਮਾਤਮਾ ਤੱਕ ਪਹੁੰਚ ਗਈ, ਕਿਸੇ ਗੁਰਮੁਖ ਪਿਆਰੇ ਜਿਹੜੇ ਸੰਤ ਮਹਾਂਪੁਰਖ ਜਿਹੜਾ ਬੰਦਗੀ ਵਾਲਾ ਰੱਬ ਤੱਕ ਪਹੁੰਚਿਆ, ਉਹਨੂੰ ਫਿਰ ਬੇਨਤੀ ਕਰਦੀ ਹੈ ਦੂਸਰੀ ਜਗਿਆਸੂ ਕਿ ਜਿਵੇਂ ਤੂੰ ਪਤੀ ਪਰਮਾਤਮਾ ਰੂਪੀ ਵਰ ਨੂੰ ਪਾੜਿਆ, ਮੈਨੂੰ ਵੀ ਕੋਈ ਅਕਲ ਦੇ ਵੀ ਮੈਂ ਵੀ ਕਿਸੇ ਤਰੀਕੇ ਦੇ ਨਾਲ ਉਸ ਪਤੀ ਪਰਮਾਤਮਾ ਨੂੰ ਪਾ ਲਵਾਂ। ਦਿਨ ਰੈਨ ਠਾਡੀ ਕਰੂੰ ਸੇਵਾ, ਪ੍ਰਭ ਕਵਣ ਜੁਗਤੀ ਪਾਇਆ। ਉਹ ਕਹਿੰਦੀ ਵੀ ਮੈਨੂੰ ਦੇਵੇਂਗੀ ਕੀ? ਫਿਰ ਮੈਂ ਤੈਨੂੰ ਜੁਗਤੀ ਤੇ ਦੱਸ ਦਿੰਨੀ ਹੈ ਕਿ ਪਤੀ ਪਰਮਾਤਮਾ ਕਿਵੇਂ ਮਿਲਦਾ ਹੈ, ਪਰ ਉਹਦੇ ਇਵਜ ਦੇ ਵਿੱਚ ਮੈਨੂੰ ਕੀ ਦੇਵੇਂਗੀ? ਤੇ ਫਿਰ ਇਹ ਜਗਿਆਸੂ ਬੇਨਤੀ ਕਰਦੀ ਹੈ ਦਿਨ ਰੈਨ ਠਾਡੀ ਕਰੂੰ ਸੇਵਾ, ਮੈਂ ਦਿਨ ਰਾਤ ਤੇਰੀ ਹਜ਼ੂਰੀ ਵਿੱਚ ਖਲੋ ਕੇ ਤੇਰਾ ਹਰ ਹੁਕਮ ਮੰਨਾਂਗੀ, ਤੇਰੀ ਹਰ ਇੱਕ ਸੇਵਾ ਕਰਾਂਗੀ, ਜੋ ਵੀ ਤੂੰ ਮੈਨੂੰ ਹੁਕਮ ਕਰੇਂਗੀ ਮੈਂ ਤੇਰਾ ਹੁਕਮ ਮੰਨਾਂਗੀ। ਪਰ ਇੱਕ ਵਾਰੀ ਕਿਰਪਾ ਕਰਕੇ ਪ੍ਰਭ ਕਵਣ ਜੁਗਤੀ ਪਾਇਆ, ਕਿਸ ਜੁਗਤੀ ਦੇ ਨਾਲ, ਕਿਸ ਤਰੀਕੇ ਦੇ ਨਾਲ ਤੂੰ ਪ੍ਰਭੂ ਪਰਮਾਤਮਾ ਨੂੰ ਪਾਇਆ। ਗੁਰੂ ਅਮਰਦਾਸ, ਬਾਬਾ ਅਮਰਦਾਸ ਬੁਢਾਪੇ ਦੇ ਵਿੱਚ 75 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਜਾਂਦੇ ਹੈ। ਕਿਵੇਂ ਪਤੀ ਪਰਮਾਤਮਾ ਤੱਕ ਗੁਰੂ ਅੰਗਦ ਸਾਹਿਬ ਇੱਕਮਿਕ ਹੋਏ ਹੈ, ਇਹ ਤੇ ਫਿਰ ਗੁਰੂ ਅਮਰਦਾਸ ਨੂੰ ਮੁੱਲ ਪੁੱਛ ਕੇ ਦੇਖੀਏ ਵੀ ਕਿਹੜੇ ਤਰੀਕੇ ਨਾਲ 12 ਸਾਲ ਲਗਾਤਾਰ ਗਾਗਰ ਦੀ ਸੇਵਾ, ਫਿਰ ਬਰਤਨਾਂ ਦੀ ਸੇਵਾ, ਗੁਰੂ ਕੀ ਬਸਤਰਾਂ ਦੀ ਸੇਵਾ, ਲੰਗਰ ਦੀ ਸੇਵਾ, 12 ਸਾਲ ਲੰਘ ਗਏ ਸੇਵਾ ਕਰਦੇ ਹਾਂ। ਤੇ ਕਮਾਲ ਦੀ ਗੱਲ ਹੈ ਵੀ ਇੱਕ ਦਿਨ ਵੀ ਕਿਤੇ ਲਾਮਾ ਨਹੀਂ, ਨਿਮਾਣੇ ਹੋ ਕੇ ਨੀਵੇਂ ਹੋ ਕੇ ਸੇਵਾ ਕੀਤੀ। ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਕਿਸੇ ਨੇ ਕਹਿ ਦਿੱਤਾ ਬੁੱਢੇ ਬਾਰੇ ਹੁਣ ਮਾਂ ਜਿਹਦੇ ਧੀਆਂ ਪੁੱਤਰ ਪੁੱਛਦੇ ਨਹੀਂ, ਰੋਟੀ ਖਾਣ ਦਾ ਮਾਰਾ ਇੱਥੇ ਆ ਕੇ ਬਹਿ ਗਿਆ। ਕਿਸੇ ਨੇ ਕਹਿ ਦਿੱਤਾ ਇਹਨੂੰ ਸ਼ਰਮ ਨਹੀਂ ਆਉਂਦੀ, ਕੁੜਮਾਂ ਦੇ ਆ ਕੇ ਬੈਠਾ ਹੈ। ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਕਿਸੇ ਦੀ ਪਰਵਾਹ ਨਹੀਂ ਕੀਤੀ। 12 ਸਾਲ ਲੰਘ ਗਏ, ਲੋਕਾਂ ਦੀਆਂ ਗੱਲਾਂ ਸੁਣਦੇ ਆ, ਪਰ ਅੱਜ 12 ਸਾਲਾਂ ਬਾਅਦ ਗੱਲਾਂ ਕਰਨ ਵਾਲੇ ਖਾਲੀ ਰਹਿ ਗਏ। ਜਿਹੜਾ ਗੱਲਾਂ ਸੁਣ ਕੇ ਬਸ ਆਪਣੇ ਮਨ ਨੂੰ ਸੁਰਤ ਨੂੰ ਟਿਕਾ ਕੇ ਸੇਵਾ ਕਰਦਾ ਸੀ, ਉਹਨੂੰ ਤਖਤ ਤੇ ਬਿਠਾ ਦਿੱਤਾ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਆ ਕਿ ਇਸੇ ਤਰ੍ਹਾਂ ਜਗਿਆਸੂ ਇੱਕ ਗੁਰਮੁਖ ਪਿਆਰੀ ਉਸ ਸਖੀ ਨੂੰ ਬੇਨਤੀ ਕਰਦੀ ਹੈ ਜਿਹੜੀ ਪਤੀ ਪਰਮਾਤਮਾ ਤੱਕ ਪਹੁੰਚ ਚੁੱਕੀ ਹੈ ਕਿ ਮੇਰੀ ਸਹੇਲੀਏ, ਤੂੰ ਰੱਬ ਨੂੰ ਕਿਵੇਂ ਪ੍ਰਾਪਤ ਕੀਤਾ ਹੈ? ਉਹ ਪਤੀ ਪਰਮਾਤਮਾ ਤੈਨੂੰ ਮਿਲਿਆ ਕਿਵੇਂ ਹੈ? ਤੇ ਉਹ ਕਹਿੰਦੀ ਹੈ ਵੀ ਤੂੰ ਇਹਦੇ ਬਦਲੇ ਦੇਵੇਂਗੀ ਕੀ? ਉਹ ਕਹਿੰਦੀ ਦਿਨ ਰੈਨ ਠਾਢੀ ਕਰੋ ਸੇਵਾ, ਮੈਂ ਰਾਤ ਦਿਨ ਤੇਰੇ ਅੱਗੇ ਖਲੋ ਕੇ ਸੇਵਾ ਕਰਾਂਗੀ। ਪ੍ਰਭ ਕਵਣ ਜੁਗਤੀ ਪਾਇਆ, ਕਿਹੜਾ ਤਰੀਕਾ ਜਿਹਦੇ ਨਾਲ ਤੂੰ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ? ਬਿਨਵੰਤ ਨਾਨਕ ਕਰੋ ਕਿਰਪਾ, ਲੈਹੋ ਮੋਹੇ ਲੜ ਲਾਇਆ। ਤੇ ਪੰਜਵੇਂ ਨਾਨਕ ਬੇਨਤੀ ਕਰਦੇ ਆ ਕਿ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਆਪਣੇ ਲੜ ਆਪਣੇ ਪੱਲੇ ਦੇ ਨਾਲ ਲਾ ਲਿਓ। ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ। ਸਮਾਹੜਾ ਹੁੰਦਾ ਹੈ ਅੰਦਰ ਉਤਸ਼ਾਹ ਪੈਦਾ ਹੋਣਾ। ਕਹਿੰਦੇ ਅੰਦਰ ਇੱਕ ਉਤਸ਼ਾਹ ਪੈਦਾ ਹੋਇਆ, ਚਾਅ ਪੈਦਾ ਹੋਇਆ ਕਿ ਪਰਮਾਤਮਾ ਦਾ ਜਿਹੜਾ ਕੀਮਤੀ ਨਾਮ ਰੂਪੀ ਰਤਨ ਹੈ ਉਹਨੂੰ ਵਿਸਾਹਾ, ਉਹਨੂੰ ਇਕੱਠੀਆਂ ਕੀਤਾ ਜਾਵੇ। ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ। ਜਦੋਂ ਅੰਦਰ ਕਿਸੇ ਚੀਜ਼ ਨੂੰ ਪਾਉਣ ਵਾਸਤੇ ਚਾਅ ਪੈਦਾ ਹੋਵੇ, ਫਿਰ ਬੰਦਾ ਖੋਜ ਕਰਦਾ ਹੈ, ਭਾਲ ਕਰਦਾ ਹੈ। ਤੇ ਜਿਹੜਾ ਭਾਲ ਕਰਦਾ ਹੈ, ਖੋਜ ਕਰਦਾ ਹੈ, ਮਿਹਨਤ ਕਰਦਾ, ਉਹਦੀ ਮਿਹਨਤ ਇੱਕ ਦਿਨ ਸਫਲ ਹੁੰਦੀ ਹੈ। ਐਵੇਂ ਸੁੱਤੇ ਰਹਿਣਾ ਤੇ ਸਵੇਰੇ ਉੱਠ ਕੇ ਮੱਤ ਦੇਈ ਜਾਣੀ, ਉਹ ਬੰਦਾ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਪਰ ਇੱਥੇ ਜਿਨ੍ਹਾਂ ਨੇ ਅਕਲ ਲਈ, ਕਹਿੰਦੇ ਖੋਜੀ ਖੋਜ ਲੱਦਾ, ਪਹਿਲਾਂ ਤੇ ਅੰਦਰ ਚਾਅ ਪੈਦਾ ਹੋਇਆ, ਫਿਰ ਉਤਸ਼ਾਹ ਆਇਆ ਵੀ ਲੱਭਣਾ ਚਾਹੀਦਾ ਉਸ ਮਾਲਕ ਨੂੰ, ਉਸ ਕੀਮਤੀ ਰਤਨ ਨੂੰ, ਪਰਮਾਤਮਾ ਨੂੰ। ਫਿਰ ਜਦੋਂ ਖੋਜ ਕੀਤੀ, ਖੋਜੀ ਖੋਜ ਲੱਦਾ, ਖੋਜਦਿਆਂ ਭਾਲ ਕਰਦਿਆਂ ਮਿਹਨਤ ਕਰਦਿਆਂ ਇੱਕ ਦਿਨ ਉਹ ਪ੍ਰਭੂ ਪਰਮਾਤਮਾ ਨੂੰ ਲੱਭ ਲਿਆ। ਹਰ ਸੰਤਨ ਪਾਹਾ ਰਾਮ। ਕਹਿੰਦੇ ਮਿਲਿਆ ਕਿੱਥੋਂ ਹੈ? ਸਤ ਸੰਗੀਆਂ ਦੇ ਵਿੱਚੋਂ ਉਹਨੂੰ ਪ੍ਰਾਪਤ ਕੀਤਾ। ਮਿਲੇ ਸੰਤ ਪਿਆਰੇ ਦਇਆ ਧਾਰੇ, ਕਥ ਹੈ ਅਕਥ ਵਿਚਾਰੋ,
ਉਸ ਪ੍ਰਭੂ ਪਰਮਾਤਮਾ ਦੇ ਪਿਆਰ ਵਾਲੇ ਸੰਤ ਗੁਰਮੁਖ ਪਿਆਰੇ ਮਹਾਂਪੁਰਖ ਜਦੋਂ ਉਹਨਾਂ ਦੀ ਸ਼ਰਨ ਵਿੱਚ ਗਏ, ਉਹਨਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਅਕਥ ਕਹਾਣੀ ਦੀ ਵਿਚਾਰ ਕੀਤੀ। ਉਸ ਵਿਚਾਰ ਦੇ ਦੁਆਰਾ ਉਸ ਪਰਮਾਤਮਾ ਦੀ ਸਮਝ ਲੱਗੀ। ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਕਹਿੰਦੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ, ਸੰਗਤ ਦੇ ਵਿੱਚ ਜਾ ਕੇ ਪਤਾ ਲੱਗਾ ਵੀ ਇੱਕ ਚਿੱਤ, ਇਕਾਗਰ ਚਿੱਤ ਕਰਕੇ, ਇੱਕ ਮਨ ਦੇ ਸਾਰੇ ਫੁਰਨੇ ਕੱਢ ਕੇ, ਮਨ ਨੂੰ ਟਿਕਾ ਕੇ ਧਿਆਏ ਸੁਆਮੀ, ਉਸ ਮਾਲਕ ਪਰਮੇਸ਼ਰ ਨੂੰ ਧਿਆ। ਲਾਏ ਪ੍ਰੀਤ ਪਿਆਰੋ, ਤੇ ਐ ਅੰਦਰੋਂ ਪ੍ਰੀਤ ਕਰ। ਜਦੋਂ ਅੰਦਰੋਂ ਉਹਦੇ ਨਾਲ ਪ੍ਰੀਤ ਕਰਕੇ ਜੁੜੇਗਾ, ਕਰ ਜੋੜ ਪ੍ਰਭ ਪਹਿ ਕਰ ਬੇਨੰਤੀ, ਮਿਲੈ ਹਰ ਜਸ ਲਾਹ। ਕਰ ਜੋੜ ਕਰ, ਕਹਿੰਦੇ ਹੱਥਾਂ ਨੂੰ, ਕਹਿੰਦੇ ਹੱਥ ਜੋੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰ। ਜਦੋਂ ਦੋਵੇਂ ਹੱਥ ਜੋੜ ਕੇ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰੇਗਾ ਤੇ ਫਿਰ ਮਿਲੇਗਾ ਕਿ ਮਿਲੈ ਹਰ ਜਸ ਲਾਹ। ਗੁਰੂ ਦੇ ਘਰ ਦੇ ਵਿੱਚੋਂ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਤੈਨੂੰ ਮਿਲੇਗੀ। ਪਰ ਅਸੀਂ ਤੇ ਉਹ ਮੰਗੀ ਨਹੀਂ। ਅਸੀਂ ਤੇ ਮੰਗਿਆ ਵੀ ਮਹਾਰਾਜ ਮੁੰਡੇ ਦਾ ਵੀਜ਼ਾ ਕੈਨੇਡਾ ਦਾ, ਅਮਰੀਕਾ ਦਾ ਸਿੱਧਾ ਹੀ ਲੱਗ ਜਾਵੇ, ਬਸ ਉੱਥੇ ਪਹੁੰਚ ਕੇ ਫੋਨ ਕਰੇ। ਅਸੀਂ ਤੇ ਮੰਗਿਆ ਵੀ ਇਹਦਾ ਵਿਆਹ ਹੋ ਜਾਵੇ, ਅਸੀਂ ਮੰਗਿਆ ਇਹ ਪੱਕਾ ਹੋ ਜਾਵੇ, ਅਸੀਂ ਤੇ ਇਹੀ ਮੰਗਿਆ। ਗੁਰੂ ਦੀ ਸਿਫਤ ਸਲਾਹ ਤੇ ਮੰਗੀ ਨਹੀਂ। ਪਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਹੱਥ ਜੋੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਝੁਕਾ ਕੇ ਬੇਨਤੀ ਕੀਤੀ, ਉਹਨਾਂ ਨੂੰ ਗੁਰੂ ਦੇ ਦਰ ਤੋਂ ਉਹ ਹਰੀ ਜਸ ਦਾ ਲਾਹਾ ਜਿਹੜਾ ਸੀ ਉਹਨਾਂ ਨੂੰ ਪ੍ਰਾਪਤ ਹੋਇਆ। ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਆਗਮ ਅਥਾਹ। ਮੇਰਾ ਉਹ ਪ੍ਰਭੂ ਪਰਮਾਤਮਾ ਗਮਤਾ ਤੋਂ ਰਹਿਤ ਹੈ, ਉਹਦੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ, ਉਹਨੂੰ ਮਾਪਿਆ ਨਹੀਂ ਜਾ ਸਕਦਾ। ਤੇ ਸਾਹਿਬ ਜੀ ਕਿਰਪਾ ਕਰਦੇ ਨੇ। ਇਸ ਲਈ ਬਿਨਵੰਤ ਨਾਨਕ ਦਾਸ ਤੇਰਾ, ਮੈਂ ਤੇਰੇ ਚਰਨਾਂ ਦਾ, ਤੇਰੇ ਘਰ ਦਾ ਦਾਸ ਹਾਂ। ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ। ਸਾਹ ਕਹਿੰਦੇ ਆ ਵਿਆਹ ਦੀ ਉਹ ਚਿੱਠੀ, ਜਿਹੜੇ ਦੋ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਦਿਨ ਪੱਕਾ ਕੀਤਾ ਜਾਂਦਾ, ਵਿਆਹ ਵਾਲਾ ਦਿਨ। ਕਹਿੰਦੇ ਹੁਣ ਉਹ ਪ੍ਰਭੂ ਪਰਮਾਤਮਾ ਦਾ, ਆਤਮਾ ਦਾ ਤੇ ਪਤੀ ਪਰਮਾਤਮਾ ਦੇ ਮਿਲਾਪ ਦਾ ਸਾਹਾ ਲਿਖਿਆ ਗਿਆ। ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ। ਅੱਜ ਉਹ ਸਮਾਂ ਆ ਗਿਆ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਦਾ ਦਿਨ। ਸੁਖੇ ਸਮੂਹ ਭਇਆ ਗਿਆ ਵਿਜੋਗੋ ਰਾਮ। ਤੇ ਕਹਿੰਦੇ ਅੱਜ ਜਿਹੜਾ ਸੀ ਮਨ ਦੇ ਅੰਦਰ ਸੁੱਖ ਹੈ, ਮਨ ਦੇ ਅੰਦਰ ਚੈਨ ਹੈ। ਵਿਜੋਗੋ ਹੁੰਦਾ ਵਿਛੋੜਾ, ਕਿਉਂਕਿ ਅੱਜ ਜਿਹੜਾ ਉਹ ਵਿਛੋੜਾ ਪਿਆ ਸੀ, ਹੁਣ ਉਹ ਵਿਛੋੜਾ ਦੂਰ ਹੋ ਜਾਣਾ ਹੈ ਤੇ ਪਤੀ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਣਾ ਹੈ। ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਅਚਰਜ ਜਾਨੀਆਂ। ਸਤ ਸੰਗੀ ਜਨ ਇਕੱਠੀ ਹੋ ਕੇ ਮਿਲੇ ਤੇ ਆਪਸ ਵਿੱਚ ਜੁੜ ਬੈਠ ਕੇ ਪ੍ਰਭੂ ਪਰਮਾਤਮਾ ਦੀ ਖੁਸ਼ੀ ਦੇ ਗੀਤ ਗਾਉਂਦੇ ਆ। ਮਾਨੋ ਕਿ ਉਹ ਸਤ ਸੰਗੀ ਜਨ ਜਿਹੜੀ ਹੈ, ਉਹ ਜਾਨੀ ਜਿਹੜੀ ਹੈ ਇਕੱਠੇ ਹੋਏ ਹੋਣ। ਜਿਵੇਂ ਜੰਝ ਜਿਹੜੀ ਹੈ ਫਿਰ ਉਹ ਲੜਕੀ ਦੇ ਘਰ ਜਾਂਦੀ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰੇ ਸਤ ਸੰਗੀ ਜਨ ਜਿਹੜੇ ਹੈ, ਚੰਗੇ ਗੁਣ ਜਿਹੜੇ ਸੀ, ਉਹ ਜਾਨੀ ਜਿਹੜੇ ਸੀ ਉਹ ਤਿਆਰ ਹੋਏ, ਇਕੱਠੇ ਹੋਏ। ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਜੀਆਂ। ਤੇ ਜਦੋਂ ਉਹ ਫਿਰ ਜੰਝ ਜਿਹੜੀ ਇਕੱਠੀ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ, ਢੋਲ ਵਜਾਉਂਦੇ, ਉਹ ਮਾਂਜੀਆਂ ਹੁੰਦਾ ਉਹ ਲੜਕੀ ਵਾਲਾ ਪਰਿਵਾਰ। ਜਦੋਂ ਉਸ ਘਰ ਦੇ ਵਿੱਚ ਉਹ ਪਹੁੰਚਦੀ ਹੈ ਤੇ ਅੱਗੇ ਉਹ ਵੀ ਪਰਿਵਾਰ ਫਿਰ ਖੁਸ਼ੀ ਨਾਲ ਮਿਲਦਾ ਹੈ। ਮਿਲ ਇਕੱਤਰ ਹੋਏ ਸਹਿਜ ਢੋਏ, ਫਿਰ ਸਹਿਜ ਦੇ ਵਿੱਚ ਪਿਆਰ ਵਿੱਚ ਮਿਲਦੀ ਹੈ। ਇੱਕ ਵੱਖਰੀ ਖੁਸ਼ੀ ਜਿਹੜੀ ਹੈ ਦੋਵਾਂ ਪਰਿਵਾਰਾਂ ਦੇ ਵਿੱਚ ਪੈਦਾ ਹੁੰਦੀ, ਜਾਨੀਆਂ ਦੇ ਤੇ ਮਾਂਜੀਆਂ ਦੇ ਦੋਨਾਂ ਪਰਿਵਾਰਾਂ 'ਚ। ਇਸੇ ਤਰ੍ਹਾਂ ਜੰਝ ਕਿਹੜੀ ਸੀ? ਚੰਗੇ ਗੁਣ, ਉਹ ਰੱਬੀ ਸਿਫਤ ਸਲਾਹ ਦੇ ਗੁਣ ਜਿਹੜੇ ਸੀ, ਪਰਮਾਤਮਾ ਦੇ ਪ੍ਰੇਮ, ਸਹਿਜ, ਗਿਆਨ, ਇਹ ਜਿਹੜੇ ਰੱਬੀ ਗੁਣ ਸੀ, ਜਦੋਂ ਅੰਦਰ ਹਿਰਦੇ ਦੇ ਵਿੱਚ ਆ ਗਏ ਤੇ ਹਿਰਦੇ ਦੇ ਵਿੱਚ ਜਿਹੜਾ ਇਹ ਸਰੀਰ ਰੂਪੀ ਮਾਂਜੀ ਕੌਣ ਸੀ? ਪੰਜ ਗਿਆਨ ਇੰਦਰੇ ਤੇ ਕਰਮ ਇੰਦਰੇ। ਉਹ ਫਿਰ ਖੁਸ਼ ਹੋਏ ਜਦੋਂ ਪਰਮਾਤਮਾ ਦੇ ਰੱਬੀ ਗੁਣ ਜਿਹੜੀ ਜੰਝ ਜਿਹੜੀ ਸੀ ਹਿਰਦੇ ਦੇ ਅੰਦਰ ਮਿਲੀ, ਤੇ ਉਹ ਫਿਰ ਮਾਂਜੀ ਜਿਹੜੇ ਸੀ ਕਰਮ ਇੰਦਰੇ, ਉਹ ਸਾਰੇ ਖੁਸ਼ ਹੋ ਗਏ। ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਜੀਆ। ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਕਹਿੰਦੇ ਹੁਣ ਜੋਤ ਜਿਹੜੀ ਸੀ ਪ੍ਰਭੂ ਪਰਮਾਤਮਾ ਦੇ ਵਿੱਚ ਮਿਲ ਗਈ, ਭਾਵ ਕਿ ਪਤੀ ਤੇ ਪਤਨੀ ਜਿਹੜਾ ਸੀ ਉਹਨਾਂ ਦਾ ਆਪਸੀ ਮਿਲਾਪ ਹੋ ਗਿਆ। ਜੋਤ ਜਿਹੜੀ ਸੀ ਪ੍ਰਭੂ ਪਤੀ ਪਰਮਾਤਮਾ ਦੇ ਵਿੱਚ ਮਿਲ ਗਈ। ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ। ਤੇ ਪੰਜਵੇਂ ਨਾਨਕ ਕਿਰਪਾ ਕਰਦੇ, ਉਹਨੇ ਮਾਲਕ ਨੇ ਰਹਿਮਤ ਕੀਤੀ, ਤਰਸ ਕੀਤਾ ਤੇ ਤਰਸ ਕਰਕੇ ਉਹਨੇ ਆਪਣੇ ਨਾਲ ਮਿਲਾ ਲਿਆ।
ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ